ਦੋਸਤੋ ਸਵਾਗਤ ਹੈ 2 ਮਾਰਕਸ ਦੇ ਕੁਐਸਚਨ ਆਨਸਰ ਦੇ ਦੂਸਰੇ ਵੀਡੀਓ ਵਿੱਚ। ਚੈਪਟਰ ਹੈ ਸੰਸਦੀ ਪ੍ਰਣਾਲੀ। ਪਹਿਲਾ ਕੁਐਸਚਨ ਹੈ ਸੰਸਦੀ ਪ੍ਰਣਾਲੀ ਤੋਂ ਕੀ ਭਾਵ ਹੈ। ਉੱਤਰ ਹੈ ਜਦੋਂ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ ਡੂੰਘਾ ਸੰਬੰਧ ਹੋਵੇ, ਗੂੜਾ ਸੰਬੰਧ ਹੋਵੇ ਅਤੇ ਕਾਰਜਪਾਲਿਕਾ ਵਿਧਾਨਪਾਲਿਕਾ ਅੱਗੇ ਆਪਣੇ ਕੀਤੇ ਕੰਮਾਂ ਲਈ ਜਵਾਬਦੇਹ ਹੋਵੇ ਅਤੇ ਉਸਨੂੰ ਸੰਸਦੀ ਪ੍ਰਣਾਲੀ ਦੀ ਸਰਕਾਰ ਕਿਹਾ ਜਾਂਦਾ ਹੈ। ਸੰਸਦੀ ਪ੍ਰਣਾਲੀ ਦੀ ਸਰਕਾਰ ਉਹ ਸਰਕਾਰ ਹੈ ਜਿਸ ਦੇ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਵਿੱਚ ਗੂੜਾ ਸੰਬੰਧ ਹੁੰਦਾ ਹੈ। ਕਾਰਜਪਾਲਿਕਾ ਵਿਧਾਨਪਾਲਿਕਾ ਵਿੱਚੋਂ ਹੀ ਚੁਣੀ ਹੋਈ ਹੁੰਦੀ ਹੈ ਅਤੇ ਆਪਣੇ ਕੰਮਾਂ ਲਈ ਵਿਧਾਨਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ। ਇਸ ਤਰ੍ਹਾਂ ਦੀ ਜਿੱਥੇ ਵੀ ਇਸ ਤਰ੍ਹਾਂ ਦੀ ਪ੍ਰਣਾਲੀ ਹੋਵੇ ਉਸ ਪ੍ਰਣਾਲੀ ਨੂੰ ਸੰਸਦੀ ਪ੍ਰਣਾਲੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਨਾਮ ਮਾਤਰ ਕਾਰਜਪਾਲਿਕਾ ਅਤੇ ਵਾਸਤਵਿਕ ਕਾਰਜਪਾਲਿਕਾ ਵਿੱਚ ਅੰਤਰ ਦੱਸੋ। ਭਾਰਤ ਵਿੱਚ ਰਾਸ਼ਟਰਪਤੀ ਨਾਮ ਮਾਤਰ ਦਾ ਕਾਰਜ ਸਾਧਕ ਮੁਖੀ ਹੈ ਅਤੇ ਪ੍ਰਧਾਨ ਮੰਤਰੀ ਤੇ ਮੰਤਰੀ ਪਰਿਸ਼ਦ ਵਾਸਤਵਿਕ ਕਾਰਜਪਾਲਿਕਾ ਹੈ ਜਾਂ ਪ੍ਰਧਾਨ ਮੰਤਰੀ ਅਸਲੀ ਕਾਰਜਪਾਲਿਕਾ ਦਾ ਮੁਖੀ ਹੈ। ਸੰਵਿਧਾਨ ਅਨੁਸਾਰ ਭਾਰਤ ਵਿੱਚ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਅਸਲੀ ਵਰਤੋਂ ਪ੍ਰਧਾਨ ਮੰਤਰੀ ਕਰਦਾ ਅਤੇ ਇਸ ਪ੍ਰਕਾਰ ਜੋ ਸ਼ਕਤੀ ਦੀ ਅਸਲੀ ਵਰਤੋਂ ਹੁੰਦਾ ਹੈ ਉਹ ਉਸ ਨੂੰ ਆਪਾਂ ਵਾਸਤਵਿਕ ਕਾਰਜਪਾਲਿਕਾ ਕਹਿੰਦੇ ਹਾਂ ਅਤੇ ਜਿਹਨਾਂ ਕੋਲ ਸ਼ਕਤੀ ਸਿਰਫ ਨਾਮ ਮਾਤਰ ਦੀ ਹੁੰਦੀ ਹੈ ਉਸ ਦੇ ਨਾਂ 'ਤੇ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਨਾਮ ਮਾਤਰ ਦੇ ਕਾਰਜਪਾਲਿਕਾ ਕਹਿੰਦੇ ਆ। ਭਾਰਤ ਵਿੱਚ ਰਾਸ਼ਟਰਪਤੀ ਕੋਲ ਨਾਮ ਮਾਤਰ ਦੀ ਸ਼ਕਤੀ ਹੁੰਦੀ ਹੈ ਅਤੇ ਪ੍ਰਧਾਨ ਮੰਤਰੀ ਕੋਲ ਵਾਸਤਵਿਕ ਸ਼ਕਤੀ ਹੁੰਦੀ ਹੈ। ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਰਾਸ਼ਟਰਪਤੀ ਨੂੰ ਨਾਮ ਮਾਤਰ ਦਾ ਕਾਰਜਪਾਲਿਕਾ ਕਿਉਂ ਕਿਹਾ ਜਾਂਦਾ ਹੈ। ਉੱਤਰ ਹੈ ਸੰਵਿਧਾਨ ਅਨੁਸਾਰ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਨੂੰ ਦਿੱਤੀਆਂ ਗਈਆਂ ਹਨ ਪਰ ਉਹਨਾਂ ਦੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਕਰਦਾ ਹੈ। ਇਸ ਕਰਕੇ ਭਾਰਤ ਵਿੱਚ ਰਾਸ਼ਟਰਪਤੀ ਨੂੰ ਨਾਮ ਮਾਤਰ ਦਾ ਕਾਰਜਪਾਲਿਕਾ ਕਿਹਾ ਜਾਂਦਾ ਹੈ ਅਤੇ ਪ੍ਰਧਾਨ ਮੰਤਰੀ ਨੂੰ ਵਾਸਤਵਿਕ ਕਾਰਜਪਾਲਿਕਾ ਕਿਹਾ ਜਾਂਦਾ ਹੈ ਅਤੇ ਪ੍ਰਧਾਨ ਮੰਤਰੀ ਨੂੰ ਵਾਸਤਵਿਕ ਕਾਰਜਪਾਲਿਕਾ ਦਾ ਮੁਖੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਪ੍ਰਧਾਨ ਮੰਤਰੀ ਨੂੰ ਅਸਲੀ ਕਾਰਜਪਾਲਿਕਾ ਕਿਉਂ ਕਿਹਾ ਜਾਂਦਾ ਹੈ। ਉੱਤਰ ਹੈ ਸੰਵਿਧਾਨ ਅਨੁਸਾਰ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਨੂੰ ਦਿੱਤੀਆਂ ਗਈਆਂ ਹਨ ਪਰ ਉਹਨਾਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਕਰਦਾ ਹੈ ਅਤੇ ਸਾਰੇ ਪਾਵਰ ਵਰਤੋਂ ਕਰਨ ਦੀ ਪ੍ਰਧਾਨ ਮੰਤਰੀ ਕੋਲ ਹੈ। ਇਸ ਕਰਕੇ ਪ੍ਰਧਾਨ ਮੰਤਰੀ ਨੂੰ ਅਸਲੀ ਕਾਰਜਪਾਲਿਕਾ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਸਾਮੂਹਿਕ ਜ਼ਿੰਮੇਵਾਰੀ ਤੋਂ ਕੀ ਭਾਵ ਹੈ। ਸਾਰੀ ਮੰਤਰੀ ਪਰਿਸ਼ਦ ਸਾਮੂਹਿਕ ਰੂਪ ਵਿੱਚ ਜ਼ਿੰਮੇਵਾਰ ਹੁੰਦੀ ਹੈ। ਜੇਕਰ ਲੋਕ ਸਭਾ ਮੰਤਰੀ ਪਰਿਸ਼ਦ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਕਰ ਦੇਵੇ ਤਾਂ ਸਾਰੇ ਮੰਤਰੀ ਪਰਿਸ਼ਦ ਨੂੰ ਹੀ ਅਸਤੀਫਾ ਦੇਣਾ ਪੈਂਦਾ ਹੈ। ਇਸ ਦੇ ਨਾਲ ਨਾਲ ਹੀ ਜੇ ਇੱਕ ਮੰਤਰੀ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਪਾਸ ਹੁੰਦਾ ਹੈ ਤਾਂ ਵੀ ਸਾਰੇ ਹੀ ਮੰਤਰੀਆਂ ਨੂੰ ਅਸਤੀਫਾ ਦੇਣਾ ਪੈਂਦਾ ਹੈ। ਇਸ ਲਈ ਇਸ ਨੂੰ ਸਾਮੂਹਿਕ ਜ਼ਿੰਮੇਵਾਰੀ ਕਹਿੰਦੇ ਹਨ। ਅਗਲਾ ਪ੍ਰਸ਼ਨ ਹੈ ਵਿਅਕਤੀਗਤ ਜ਼ਿੰਮੇਵਾਰੀ ਤੋਂ ਕੀ ਭਾਵ ਹੈ। ਵਿਅਕਤੀਗਤ ਜ਼ਿੰਮੇਵਾਰੀ ਤੋਂ ਭਾਵ ਹੈ ਕਿ ਹਰ ਮੰਤਰੀ ਵਿਅਕਤੀਗਤ ਰੂਪ ਵਿੱਚ ਵੀ ਆਪਣੇ ਮਹਿਕਮੇ ਦੇ ਕੰਮਾਂ ਲਈ ਜ਼ਿੰਮੇਵਾਰ ਹੈ ਔਰ ਕਈ ਵਾਰ ਉਸਨੂੰ ਆਪਣੇ ਮਹਿਕਮੇ ਦੀਆਂ ਨੀਤੀਆਂ ਅਸਫਲ ਹੋਣ ਦੀ ਸੂਰਤ ਵਿੱਚ ਇਕੱਲੇ ਹੀ ਅਸਤੀਫਾ ਦੇਣਾ ਪੈਂਦਾ ਹੈ ਅਤੇ ਇਸ ਪ੍ਰਕਾਰ ਇਕੱਲੇ ਰੂਪ ਵਿੱਚ ਵੀ ਜ਼ਿੰਮੇਵਾਰ ਹੁੰਦੇ ਹਨ ਅਤੇ ਸਾਮੂਹਿਕ ਰੂਪ ਵਿੱਚ ਜ਼ਿੰਮੇਵਾਰ ਹੁੰਦੇ ਅਤੇ ਵਿਅਕਤੀਗਤ ਜ਼ਿੰਮੇਵਾਰੀ ਇਸ ਨੂੰ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਮੰਤਰੀ ਪਰਿਸ਼ਦ ਦੀ ਮਿਆਦ ਨਿਸ਼ਚਿਤ ਕਿਉਂ ਨਹੀਂ ਹੁੰਦੀ ਹੈ। ਉੱਤਰ ਹੈ ਭਾਰਤ ਵਿੱਚ ਮੰਤਰੀ ਪਰਿਸ਼ਦ ਲੋਕ ਸਭਾ ਵਿੱਚ ਬਹੁਸੰਮਤੀ ਦੇ ਵਿਸ਼ਵਾਸ ਤੱਕ ਆਪਣੇ ਅਹੁਦੇ 'ਤੇ ਰਹਿ ਸਕਦਾ ਹੈ ਅਤੇ ਜੇਕਰ ਲੋਕ ਸਭਾ ਮੰਤਰੀ ਪਰਿਸ਼ਦ ਵਿਰੁੱਧ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਕਰ ਦੇਵੇ ਤਾਂ ਮੰਤਰੀ ਪਰਿਸ਼ਦ ਨੂੰ ਅਸਤੀਫਾ ਦੇਣਾ ਪੈਂਦਾ ਹੈ। ਇਸ ਲਈ ਹੀ ਜਿਹੜਾ ਹੈ ਮੰਤਰੀ ਪਰਿਸ਼ਦ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ ਹੈ ਔਰ ਮੰਤਰੀ ਪਰਿਸ਼ਦ ਦੇ ਮੈਂਬਰ ਸਮੇਂ ਅਨੁਸਾਰ ਬਦਲੇ ਵੀ ਜਾ ਸਕਦੇ। ਇਹ ਸਾਰਾ ਕੁਝ ਪ੍ਰਧਾਨ ਮੰਤਰੀ ਦੇ ਹੱਥ 'ਚ ਨਿਰਭਰ ਹੁੰਦਾ ਹੈ। ਅਗਲਾ ਪ੍ਰਸ਼ਨ ਹੈ ਲੋਕ ਸਭਾ ਨੂੰ ਭੰਗ ਕਿਵੇਂ ਕੀਤਾ ਜਾ ਸਕਦਾ ਹੈ। ਜੇਕਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਸਿਫਾਰਿਸ਼ ਕਰੇ ਤਾਂ ਲੋਕ ਸਭਾ ਨੂੰ ਸਮੇਂ ਤੋਂ ਪਹਿਲਾਂ ਵੀ ਭੰਗ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਕਈ ਵਾਰੀ ਅਜਿਹਾ ਕੀਤਾ ਗਿਆ ਹੈ।
ਤੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਦੇ ਸਿਫਾਰਿਸ਼ ਤੇ ਲੋਕ ਸਭਾ ਭੰਗ ਕਰ ਸਕਦਾ ਹੈ। ਪਰ ਜੇ ਰਾਸ਼ਟਰਪਤੀ ਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਹੋਰ ਕੋਈ ਵੀ ਮੈਜੋਰਟੀ ਸਾਬਿਤ ਕਰ ਸਕਦਾ ਹੈ, ਜੇ ਹੰਗ ਪਾਰਲੀਮੈਂਟ ਹੋਵੇ, ਯਾਨੀ ਕਿ ਜਿੱਥੇ ਮੈਜੋਰਟੀ ਨਾ ਹੋਵੇ, ਤਾਂ ਰਾਸ਼ਟਰਪਤੀ ਕਿਸੇ ਹੋਰ ਲੀਡਰ ਨੂੰ ਵੀ ਅੱਗੇ ਮੰਤਰੀ ਪਰਿਸ਼ਦ ਬਣਾਉਣ ਲਈ ਔਰ ਸਰਕਾਰ ਬਣਾਉਣ ਲਈ ਜਿਹੜਾ ਹੈ ਇਨਵੀਟੇਸ਼ਨ ਭੇਜ ਸਕਦਾ ਹੈ। ਅਗਲਾ ਹੈ ਰਾਜਨੀਤਕ ਇੱਕ ਰੂਪਤਾ ਤੋਂ ਕੀ ਭਾਵ ਹੈ? ਉੱਤਰ ਹੈ ਸੰਸਦੀ ਪ੍ਰਣਾਲੀ ਦੀ ਸਰਕਾਰ ਵਿੱਚ ਮੰਤਰੀ ਪਰਿਸ਼ਦ ਦਾ ਗਠਨ ਇੱਕ ਹੀ ਰਾਜਨੀਤਿਕ ਦਲ ਵਿੱਚੋਂ ਕੀਤਾ ਜਾਂਦਾ ਹੈ, ਜਿਸ ਕਰਕੇ ਮੰਤਰੀਆਂ ਦੇ ਵਿਚਾਰ ਵਿੱਚ ਸਾਂਝ ਹੁੰਦੀ ਹੈ ਅਤੇ ਇਸ ਪ੍ਰਕਾਰ ਇਸ ਸਾਂਝ ਨੂੰ ਰਾਜਨੀਤਿਕ ਇਕਰੂਪਤਾ ਕਿਹਾ ਜਾਂਦਾ ਹੈ। ਯਾਨੀ ਕਿ ਇੱਕੋ ਵਿਚਾਰ ਵਾਲੇ ਹੀ ਮੰਤਰੀ ਮੰਡਲ 'ਚ ਹੋਣ ਅਤੇ ਜਿਹੜੀ ਸਰਕਾਰ ਸੁਚਾਰੂ ਰੂਪ 'ਚ ਵਧੀਆ ਤਰੀਕੇ ਨਾਲ ਚੱਲਦੀ ਹੈ। ਇਸੇ ਕਰਕੇ ਜਿਹੜਾ ਹੈ ਜੇਤੂ ਪਾਰਟੀ ਨੂੰ ਹੀ ਸਰਕਾਰ ਬਣਾਉਣ ਲਈ ਆਮੰਤਰਿਤ ਕੀਤਾ ਜਾਂਦਾ ਹੈ। ਅੱਜ ਕੱਲ੍ਹ ਗਠਬੰਧਨ ਦੀ ਸਰਕਾਰ ਚੱਲਦੀ ਹੈ, ਜਿਸ ਦੇ ਵਿੱਚ ਇੱਕ ਆਮ ਸਹਿਮਤੀ ਕੁਝ ਪੁਆਇੰਟਾਂ 'ਤੇ ਬਣਾਈ ਜਾਂਦੀ ਹੈ ਅਤੇ ਇਸ ਕਰਕੇ ਵੱਖ-ਵੱਖ ਪਾਰਟੀ ਤੋਂ ਵੀ ਮੰਤਰੀ ਬਣਾਏ ਜਾਂਦੇ ਹਨ ਅਤੇ ਉਸ ਮੈਟਰ 'ਤੇ ਉਹ ਸਹਿਮਤੀ ਦੇ ਨਾਲ ਹੀ ਚੱਲਦੇ ਹਨ। ਜੇ ਅਸਹਿਮਤੀ ਹੋਵੇ ਤਾਂ ਗਠਬੰਧਨ ਟੁੱਟ ਜਾਂਦੀ ਹੈ। ਅਤੇ ਇਸ ਤਰੀਕੇ ਨਾਲ ਰਾਜਨੀਤਿਕ ਇਕਰੂਪਤਾ ਤੋਂ ਭਾਵ ਹੈ ਕਿ ਵਿਚਾਰਾਂ ਦੀ ਸਾਂਝ ਰਾਜਨੀਤਿਕ ਰੂਪ 'ਚ। ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਮੰਤਰੀ ਪਰਿਸ਼ਦ ਦਾ ਆਕਾਰ ਕਿੰਨਾ ਹੁੰਦਾ ਹੈ? ਅਤੇ ਉੱਤਰ ਹੈ 2003 ਦੀ 91ਵੀਂ ਸੋਧ ਜਿਹੜੀ ਹੋਈ ਸੀ 91st ਅਮੈਂਡਮੈਂਟ, ਇਸ ਦੇ ਤਹਿਤ ਲੋਕ ਸਭਾ ਅਤੇ ਰਾਜ ਵਿਧਾਨ ਮੰਡਲ ਦੇ ਵਿੱਚ 15% ਤੋਂ ਵੱਧ ਮੰਤਰੀ ਨਹੀਂ ਬਣਾਏ ਜਾ ਸਕਦੇ। ਯਾਨੀ ਕਿ ਸੰਸਦ ਦੇ ਵਿੱਚ ਔਰ ਲੈਜਿਸਲੇਟਿਵ ਅਸੈਂਬਲੀਜ਼ ਦੇ ਵਿੱਚ 15% ਤੋਂ ਵੱਧ ਮੰਤਰੀ ਮੈਂਬਰ ਨਹੀਂ ਬਣਾਏ ਜਾ ਸਕਦੇ ਹਨ। ਇਸ ਦਾ ਭਾਵ ਇਹ ਹੈ ਕਿ ਭਾਰਤ ਵਿੱਚ ਕੇਂਦਰੀ ਸਰਕਾਰ ਵਿੱਚ ਵੱਧ ਤੋਂ ਵੱਧ 82 ਮੰਤਰੀ ਹੋ ਸਕਦੇ ਹਨ, ਕਿਉਂਕਿ ਲੋਕ ਸਭਾ ਦੇ 15% ਜਿਹੜੀ ਅਗਰ ਗੱਲ ਕਰੀਏ ਤਾਂ ਫਿਰ ਉਹ 82 ਹੀ ਬਣਦਾ ਹੈ, ਰਾਈਟ। ਅਤੇ ਇਸ ਪ੍ਰਕਾਰ ਮੰਤਰੀ ਪਰਿਸ਼ਦ ਦਾ ਆਕਾਰ 82 ਹੋ ਸਕਦਾ ਹੈ ਭਾਰਤ ਵਿੱਚ। ਅਤੇ ਇਹ ਸੀ ਚੈਪਟਰ ਪਾਰਲੀਮੈਂਟਰੀ ਆਪਣਾ ਕੀ ਕਹਾਂਗੇ ਇਹਨੂੰ ਸੰਸਦੀ ਪ੍ਰਣਾਲੀ ਦੇ ਵਿੱਚੋਂ, ਪਾਰਲੀਮੈਂਟਰੀ ਮਾਡਲ ਵਿੱਚੋਂ। ਅਤੇ ਮਿਲਦੇ ਹਾਂ ਅਗਲੇ ਵੀਡੀਓ 'ਚ। ਥੈਂਕ ਯੂ, ਗੋਡ ਬਲੈਸ ਯੂ, ਟੇਕ ਕੇਅਰ।